ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ 30 ਤੋਂ ਲੈ ਕੇ 31 ਡਿਗਰੀ ਤੱਕ ਟੈਂਪਰੇਚਰ ਦਰਜ ਕੀਤਾ ਗਿਆ। ਘੱਟ ਤੋਂ ਘੱਟ ਤਾਪਮਾਨ 13 ਤੋਂ 14 ਡਿਗਰੀ ਤੱਕ। ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਹੈ ਕਿ ਅੱਜ ਯਾਨੀ ਕਿ 18 ਤਰੀਕ ਨੂੰ ਤੇ 19 ਤਰੀਕ ਨੂੰ 2 ਦਿਨ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬਦਲਵਾਈ ਰਹਿ ਸਕਦੀ ਹੈ। ਕਈ ਥਾਵਾਂ ਦੇ ਉੱਤੇ ਝੱਖੜ ਝੁੱਲਾ ਵੀ ਆ ਸਕਦਾ। ਤੇਜ਼ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਇਹ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਕਿ ਨਹੀਂ ਹੁੰਦੀ, ਇਹ ਵਕਤ ਨੇ ਆਪੇ ਬਿਆਨ ਕਰ ਦੇਣਾ। ਪਰ ਗਰਮੀ ਨੇ ਹਾਲ ਦੀ ਘੜੀ ਵੱਟ ਕੱਢੇ ਹੋਏ ਆ ਤੇ ਲਗਾਤਾਰ ਵੱਧਦੀ ਗਰਮੀ ਇਸ ਗੱਲ ਦਾ ਅਹਿਸਾਸ ਕਰਾ ਰਹੀ ਆ, ਅੰਦਾਜ਼ਾ ਲਵਾ ਰਹੀ ਹੈ ਵੀ ਐਤਕੀ ਸ਼ਾਇਦ 47-48 ਡਿਗਰੀ ਤੱਕ ਟੈਂਪਰੇਚਰ ਹੋ ਜਾਣਾ ਇਹ ਸਧਾਰਨ ਜੀ ਗੱਲ ਜਾਪੂਗੀ, ਕਿਉਂਕਿ ਦਿੱਲੀ ਦੇ ਵਿੱਚ ਵੀ ਇਸ ਵਕਤ 33 ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਹੋਇਆ ਪਿਆ। ਕਿਸਾਨ ਡਟੇ ਹੋਏ ਆ। ਇਸ ਸਭ ਦੇ ਬਾਵਜੂਦ ਕਿਸਾਨਾਂ ਨੇ ਅਗਾਊਂ ਪ੍ਰਬੰਧ ਕੀਤੇ ਹੋਏ ਆ। ਇਸ ਕਰਕੇ ਸੋ ਉੱਥੇ ਹਰ ਤਰ੍ਹਾਂ ਦੀ ਸਹੂਲਤ ਪੈਦਾ ਕੀਤੀ ਗਈ ਹੈ ਤੇ ਕੀਤੀ ਜਾ ਰਹੀ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਕਿਸਾਨੀ ਨਾਲ ਹੀ ਸੰਬੰਧਿਤ ਹੈ। ਪੰਜਾਬ ਦੇ ਤੇ ਦੇਸ਼ ਦੇ ਵੱਖ-ਵੱਖ ਹੋਰ ਸੂਬਿਆਂ ਦੇ ਕਿਸਾਨ ਆ ਜਿਹੜੇ ਜਿੰਨੇ ਜਜ਼ਬੇ ਦੇ ਨਾਲ ਲੱਗੇ ਹੋਏ ਆ। ਕੇਂਦਰ ਦੀ ਸਰਕਾਰ ਦੇ ਉੱਤੇ ਭਾਵੇਂ ਅਸਰ ਹੋ ਰਿਹਾ ਹੋਵੇ ਜਾਂ ਨਾ ਹੋ ਰਿਹਾ ਹੋਵੇ, ਪਰ ਉਹਨਾਂ ਦੇ ਜਜ਼ਬੇ ਨੂੰ ਯਾਨੀ ਕਿ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਨੀ ਜ਼ਰੂਰ ਬਣਦੀ ਹੈ। ਕਿਸਾਨ ਇਹ ਗੱਲ ਕਹਿੰਦੇ ਆ ਕਿ ਭਾਵੇਂ ਸਾਨੂੰ ਨਵੰਬਰ-ਦਸੰਬਰ ਤੱਕ ਬਹਿਣਾ ਪੈ ਜੇ, ਅਸੀਂ ਵਾਪਸ ਨਹੀਂ ਜੇ ਮੁੜਦੇ। ਬੇਸ਼ੱਕ ਬਾਰਡਰਾਂ ਦੇ ਉੱਤੇ ਪਹਿਲਾਂ ਦੇ ਮੁਕਾਬਲਤਨ ਥੋੜ੍ਹਾ ਜਿਹਾ ਇਕੱਠ ਘਟਿਆ, ਪਰ ਕਿਉਂਕਿ ਹੁਣ ਪਿੰਡਾਂ ਦੇ ਵਿੱਚ ਵਾਰੀਆਂ ਵੱਜ ਗਈਆਂ ਕਿ ਮੰਨ ਲਓ ਇੱਕ ਪਿੰਡ ਦੇ ਵਿੱਚੋਂ 10 ਜਣੇ ਅੱਜ ਗਏ ਆ, 7 ਦਿਨ ਉਹ ਰਹਿਣਗੇ। 7ਵੇਂ ਦਿਨ ਉਹ ਜਦੋਂ ਵਾਪਸ ਆਉਣਗੇ, ਉਹਨਾਂ ਦੇ ਪਿੰਡ ਪਹੁੰਚਣ ਤੋਂ ਪਹਿਲਾਂ 10 ਜਣੇ ਹੋਰ ਬਾਰਡਰ ਦੇ ਉੱਤੇ ਪਹੁੰਚ ਜਾਣਗੇ। ਇੱਦਾਂ ਪਿੰਡ ਦੇ ਵਿੱਚ ਬਹੁਤੀਆਂ ਥਾਵਾਂ ਦੇ ਉੱਤੇ ਵਾਰੀਆਂ ਵੱਢ ਲਈਆਂ ਗਈਆਂ। ਪਰ ਕਿਉਂਕਿ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ, ਕਿਉਂਕਿ ਫਸਲਵਾੜੀ ਦੇ ਕੰਮ ਹੋਰ ਬਹੁਤ ਸਾਰੇ ਆ, ਕਿਉਂਕਿ ਪਰਿਵਾਰਕ ਜ਼ਿੰਮੇਵਾਰੀਆਂ ਹੋਰ ਬਹੁਤ ਸਾਰੀਆਂ ਹੁੰਦੀਆਂ, ਇਸ ਕਰਕੇ ਜਾਣ ਆਉਣ ਦਾ ਸਿਲਸਿਲਾ ਲੱਗਿਆ ਹੋਇਆ ਵੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਹੁਣ ਬੀਜੇਪੀ ਦੇ ਵਿੱਚ ਵੀ ਬਗਾਵਤ ਹੋਣੀ ਸ਼ੁਰੂ ਹੋ ਚੁੱਕੀ ਹੈ। ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਦੇ ਜਿਹੜੇ ਉਮੀਦਵਾਰ ਬਣਨ ਦੇ ਚਾਹਵਾਨ ਸੀ, ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ। ਉਹਨਾਂ ਨੇ ਬਗਾਵਤ ਦਾ ਝੰਡਾ ਚੁੱਕ ਲਿਆ। ਇਹਦਾ ਫਾਇਦਾ ਸਿੱਧੇ ਤੌਰ ਦੇ ਉੱਤੇ ਮਮਤਾ ਬੈਨਰਜੀ ਦੀ ਪਾਰਟੀ ਨੂੰ ਹੋਣਾ ਕੁਦਰਤੀ ਹੈ। ਲੰਘੇ ਕੱਲ੍ਹ ਰਾਜੇਵਾਲ ਹੋਰਾਂ ਦੇ ਨਾਲ ਗੱਲਬਾਤ ਹੋਈ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਪੱਛਮੀ ਬੰਗਾਲ ਦੇ ਵਿੱਚ ਗਏ ਵੀ ਸਾਂ ਤੇ ਹੁਣ ਫੇਰ ਜਾਵਾਂਗੇ। 8 ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ। ਅਸੀਂ ਹਰ ਥਾਂ ਦੇ ਉੱਤੇ ਜਾ ਕੇ ਰੈਲੀ ਕਰਾਂਗੇ ਤੇ ਬੀਜੇਪੀ ਦੀ ਅਸਲ ਸੋਚ ਨੂੰ ਬਿਆਨ ਕਰਕੇ ਆਵਾਂਗੇ। ਅਸੀਂ ਉੱਥੇ ਵਾਰ-ਵਾਰ ਇੱਕੋ ਹੀ ਬੇਨਤੀ ਕਰਦੇ ਹਾਂ ਕਿ ਬੀਜੇਪੀ ਨੂੰ ਵੋਟ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾ ਦਿਓ। ਤੇ ਲੋਕਾਂ ਨੇ ਇਸ ਗੱਲ ਦੇ ਉੱਤੇ ਅਮਲ ਕਰਕੇ ਬੀਜੇਪੀ ਨੂੰ ਇਸ ਵਕਤ ਦੱਸਣਾ ਵੀ ਜ਼ਮੀਨ ਕੀ ਹੁੰਦੀ ਹੈ, ਜ਼ਮੀਨ ਦੇ ਉੱਤੇ ਪੈਰ ਰੱਖੀਦੇ ਆ। ਲੋਕਾਂ ਤੋਂ ਵੱਡੀ ਸਰਕਾਰ ਕੋਈ ਹੋ ਨਹੀਂ ਸਕਦੀ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਦੇ ਕੁਝ ਨੇਤਾਵਾਂ ਦੇ ਵੱਖੋ ਵੱਖਰੇ ਵਿਚਾਰ ਹੈ। ਲੁਧਿਆਣੇ ਦੇ ਵਿੱਚ ਇੱਕ ਬੀਜੇਪੀ ਦੇ ਸੀਨੀਅਰ ਨੇਤਾ ਦੇ ਪਰਿਵਾਰਕ ਮੈਂਬਰ ਦਾ ਵਿਆਹ ਸੀ। ਉੱਥੇ ਬੀਜੇਪੀ ਦਾ ਇੱਕ ਸਾਬਕਾ ਪ੍ਰਧਾਨ ਵੀ ਪਹੁੰਚਿਆ ਤੇ ਕਈ ਹੋਰ ਵੱਡੇ ਨੇਤਾ ਵੀ ਪਹੁੰਚੇ। ਪਰ ਜਿਹੜਾ ਬੀਜੇਪੀ ਦਾ ਸਾਬਕਾ ਪ੍ਰਧਾਨ ਹੈ ਜ਼ਿਲ੍ਹੇ ਦਾ, ਉਹਦੇ ਵੱਲੋਂ ਲਗਾਤਾਰ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਪਰ ਜਿਨ੍ਹਾਂ ਦੇ ਘਰ ਦੇ ਵਿੱਚ ਵਿਆਹ ਸੀਗਾ, ਜਿਨ੍ਹਾਂ ਦੇ ਟੱਬਰ ਦੇ ਵਿੱਚ ਵਿਆਹ ਸੀ, ਉਹ ਬੀਜੇਪੀ ਦਾ ਨੇਤਾ ਇਸ ਵਕਤ ਵੀ ਕੱਟੜ ਇਸ ਗੱਲ ਦੇ ਹੱਕ ਦੇ ਵਿੱਚ ਆ ਕਿ ਕੇਂਦਰ ਦੀ ਸਰਕਾਰ ਬਿਲਕੁਲ ਸਹੀ ਹੈ ਤੇ ਕਿਸਾਨ ਗਲਤ ਆ। ਇਸ ਕਰਕੇ ਉੱਥੇ ਸਾਬਕਾ ਪ੍ਰਧਾਨ ਦੀ ਵਿਆਹ ਵਾਲੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਤੂੰ ਮੈਂ ਤੱਕ ਪਹੁੰਚ ਗਈ। ਉੱਥੇ ਪਤਾ ਲੱਗਾ ਜੀ ਕਿ ਕਾਫੀ ਮਾਹੌਲ ਤਲਖ ਹੋ ਗਿਆ ਤੇ ਇੱਥੋਂ ਤੱਕ ਗੱਲ ਪਹੁੰਚ ਗਈ ਬਈ ਲੋਕਾਂ ਨੇ ਵਿੱਚ ਪੈ ਕੇ ਖਹਿੜਾ ਛੁਡਾਇਆ, ਕਿਉਂਕਿ ਲਗਾਤਾਰ ਸਾਬਕਾ ਪ੍ਰਧਾਨ ਨੇ ਇਹ ਗੱਲ ਕਹੀ ਵੀ ਕਿਸਾਨ ਆਪਣੀ ਥਾਂ ਦੇ ਉੱਤੇ ਸਹੀ ਹੈ ਤੇ ਮੈਂ ਠੋਕ ਵਜਾ ਕੇ ਕਹਿਣਾ ਵੀ ਕਿਸਾਨ ਕਦੇ ਗਲਤ ਨਹੀਂ ਹੋਏ, ਕੇਂਦਰ ਦੀ ਸਰਕਾਰ ਗਲਤ ਹੈ। ਦੂਜੇ ਪਾਸੇ ਜਿਹੜਾ ਕੇਂਦਰ ਦਾ ਪੱਖ ਪੂਰਨ ਵਾਲੇ ਸੱਜਣ ਨੇ ਕਿਹਾ, ਉਹ ਕਹਿਣਾ ਵੀ ਇੱਦਾਂ ਹੀ ਚੱਲੂਗਾ, ਕਿਸਾਨ ਕਿੰਨੇ ਕੁ ਸਹੀ ਹੈ ਇਹਦੇ ਬਾਰੇ ਪਤਾ, ਕੇਂਦਰ ਦੀ ਸਰਕਾਰ ਸਾਰਾ ਕੁਝ ਠੀਕ ਕਰ ਰਹੀ ਹੈ। ਮਤਲਬ ਬੀਜੇਪੀ ਦੇ ਵਿੱਚ ਪੰਜਾਬ ਦੇ ਅੰਦਰ ਇਸ ਪੱਧਰ ਦੇ ਉੱਤੇ ਗੱਲਾਂ ਛਿੜ ਪਈਆਂ। ਉਸ ਤੋਂ ਅਗਲੀ ਗੱਲ ਇਹ ਹੈ ਵੀ ਮੇਘਾਲਿਆ ਦੇ ਰਾਜਪਾਲ ਜਿਹੜੇ ਸੱਤਿਆਪਾਲ ਮਲਿਕ, ਉਹ ਆਪਣੀ ਪਾਰਟੀ ਨੂੰ ਹੀ ਇਸ ਵਕਤ ਸਮਝਾਉਣੀਆਂ ਦੇ ਰਹੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਬੇਸ਼ੱਕ ਮੇਰਾ ਨਾਤਾ ਬੀਜੇਪੀ ਦੇ ਨਾਲ ਹੀ ਜੁੜਿਆ, ਪਰ ਮੈਂ ਗਲਤ ਨੂੰ ਗਲਤ ਕਹੂੰਗਾ, ਸਹੀ ਨੂੰ ਸਹੀ ਕਹੂੰਗਾ। ਕੁਝ ਦਿਨ ਪਹਿਲਾਂ ਵੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਕਿਸਾਨ ਪਹਿਲੀ ਗੱਲ ਤਾਂ ਅੰਦੋਲਨ ਦੇ ਵਿੱਚੋਂ ਉੱਠ ਕੇ ਆਉਂਦੇ ਨਹੀਂ, ਤੇ ਜੇਕਰ ਉੱਠ ਕੇ ਆ ਗਏ ਤਾਂ ਜਿੰਨਾ ਕੁ ਸਰਦਾਰਾਂ ਨੂੰ ਮੈਂ ਜਾਣਦਾ 300 ਸਾਲ ਤੱਕ ਇਹ ਗੱਲ ਨੂੰ ਕਦੇ ਭੁੱਲਦੇ ਨਹੀਂ। ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜੇਕਰ ਕਿਸਾਨਾਂ ਨੂੰ MSP ਦੀ ਲਿਖਤੀ ਗਰੰਟੀ ਮਿਲ ਜੇ ਤਾਂ ਮੈਂ ਜ਼ਿੰਮੇਵਾਰੀ ਲੈਣਾ ਵੀ ਇਹ ਅੰਦੋਲਨ ਨੂੰ ਸਮਾਪਤ ਕਰਾ ਦਿਆਂਗਾ। ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਰਾਕੇਸ਼ ਟਕੈਤ ਨੂੰ ਗ੍ਰਿਫਤਾਰੀ ਤੋਂ ਮੈਂ ਹੀ ਬਚਾਇਆ ਸੀ, ਮੈਂ ਹੀ ਉਹਨਾਂ ਦੀ ਗ੍ਰਿਫਤਾਰੀ ਪਿਛਲੇ ਦਿਨੀ ਰੁਕਵਾਈ ਸੀ। ਸੋ ਅੱਜ ਉਹਨਾਂ ਨੇ ਫਿਰ ਇੱਕ ਵੱਡੀ ਗੱਲ ਕਹੀ ਹੈ। ਉਹਨਾਂ ਨੇ 2 ਟੁਕ ਗੱਲ ਕਹਿ ਦਿੱਤੀ ਹੈ ਵੀ ਸਾਡੀ ਸਰਕਾਰ ਗਲਤ ਹੈ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜੇਕਰ ਇਹ ਸਾਰਾ ਕੁਝ ਕਹਿਣ ਦੇ ਕਰਕੇ ਮੈਨੂੰ ਰਾਜਪਾਲ ਤੋਂ ਸਾਬਕਾ ਕਰ ਦਿੱਤਾ ਜਾਊਗਾ ਤਾਂ ਮੈਂ ਸਾਬਕਾ ਰਾਜਪਾਲ ਹੋਣ ਦੇ ਨਾਤੇ ਵੀ ਬੋਲਦਾ ਰਹੂੰਗਾ। ਮੈਂ ਜੋ ਵੀ ਬੋਲਦਾ ਇਹ ਮੈਂ ਇਸ ਕਰਕੇ ਨਹੀਂ ਬੋਲਦਾ ਕਿ ਕਿਸੇ ਹੋਰ ਪਾਰਟੀ ਦੇ ਟੇਟੇ ਚੜ੍ਹਿਆ ਹੋਇਆ। ਮੈਨੂੰ ਇਹ ਜਾਪਦਾ ਕਿ ਸਾਡੀ ਪਾਰਟੀ ਦਾ ਵੀ ਨੁਕਸਾਨ ਇੱਦਾਂ ਹੋ ਰਿਹਾ
ਤੇ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਰਿਹਾ। ਕੇਂਦਰ ਨੂੰ ਬਹੁਤ ਜਲਦ ਕਿਸਾਨੀ ਮਸਲਾ ਹੱਲ ਕਰਨਾ ਚਾਹੀਦਾ। ਉਹਨਾਂ ਨੇ 2-3 ਉਦਾਹਰਨਾਂ ਵੀ ਦਿੱਤੀਆਂ ਇੱਕ ਨਿੱਜੀ ਟੀਵੀ ਚੈਨਲ ਦੇ ਉੱਤੇ। ਉਹਨਾਂ ਨੇ ਕਿਹਾ ਕਿ ਫਲਾਣੀ ਥਾਂ ਦੇ ਉੱਤੇ ਬੀਜੇਪੀ ਦੇ ਇੱਕ ਨੇਤਾ ਨੂੰ ਲੋਕਾਂ ਨੇ ਕੁੱਟਿਆ, ਗੱਡੀ ਦੇ ਵਿੱਚ ਸੁੱਟਿਆ, ਲੱਤਾਂ ਮਾਰੀਆਂ ਉਹਦੀ ਪਿੱਠ ਦੇ ਉੱਤੇ। ਇੰਨਾ ਗੁੱਸਾ ਮੈਂ ਪਹਿਲਾਂ ਕਦੇ ਵੇਖਿਆ ਨਹੀਂ ਸੀ। ਜਿੱਥੇ ਵੀ ਦੇਖਦੇ ਆ ਪਿੰਡਾਂ ਦੇ ਵਿੱਚ ਗੁੱਸੇ ਦੀ ਲਹਿਰ ਪ੍ਰਚੰਡ ਹੋਈ ਪਈ ਹੈ। ਇਸ ਕਰਕੇ ਕੇਂਦਰ ਨੂੰ ਚਾਹੀਦਾ, ਸਾਡੀ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦਾ ਮਸਲਾ ਛੇਤੀ ਹੱਲ ਕੀਤਾ ਜਾਵੇ। ਉਦਾਹਰਨ ਉਹਨਾਂ ਨੇ ਇਹ ਦਿੱਤੀ ਹੈ, ਉਹ ਕਹਿੰਦੇ ਵੀ ਜੇਕਰ ਇੱਕ ਕੁੱਤੀ ਮਰ ਜਾਏ ਕਿਸੇ ਨੇਤਾ ਦੀ, ਜੇ ਕੁੱਤੀ ਮਰ ਜਾਂਦੀ ਹੈ ਤਾਂ ਉਹਦੇ ਲਈ ਸ਼ੋਕ ਸੁਨੇਹੇ ਪਹੁੰਚਾਉਣ ਵਾਲਿਆਂ ਦਾ ਹੜ੍ਹ ਆ ਜਾਂਦਾ। ਸਾਰੇ ਕਹਿੰਦੇ ਆ ਵੀ ਬਹੁਤ ਮਾੜਾ ਹੋਇਆ, ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਥੋੜੀ ਕਿਉਂ ਲਿਖੀ ਸੀ, ਫਲਾਂ ਸੀ, ਢੀਂਗ ਸੀ। ਪਰ 250 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ ਹੈ, ਸ਼ਹੀਦ ਹੋ ਗਏ ਆ, ਪਰ ਕਿਸੇ ਇੱਕ ਨੇਤਾ ਨੇ 2 ਸ਼ਬਦ ਮੂੰਹ ਦੇ ਵਿੱਚੋਂ ਝੂਠੇ ਮਨ ਦੇ ਨਾਲ ਵੀ ਨਹੀਂ ਕੱਢੇ। ਸੋ ਇਹ ਬਹੁਤ ਵੱਡੀ ਗੱਲ ਹੈ। ਆਪਣੀ ਸਰਕਾਰ ਦੇ ਉੱਤੇ ਇੱਦਾਂ ਦੇ ਸਵਾਲ ਕਰਨੇ। ਵੈਸੇ ਸਤਿਆਪਾਲ ਮਲਿਕ ਨੇ ਜਿਹੜੇ ਉਹ ਜੰਮੂ ਤੇ ਕਸ਼ਮੀਰ ਦੇ ਰਾਜਪਾਲ ਵੀ ਰਹੇ ਆ। ਉਹਨਾਂ ਨੇ ਹੋਰ ਵੀ ਬਹੁਤ ਸਾਰੇ ਰੁਤਬਿਆਂ ਦੇ ਉੱਤੇ ਬਹਿ ਕੇ ਕੰਮ ਕੀਤਾ। ਉਹ ਰਾਜ ਸਭਾ ਦੇ ਮੈਂਬਰ ਵੀ ਰਹੇ ਆ ਤੇ ਉਹ ਲੋਕ ਸਭਾ ਦੇ ਮੈਂਬਰ ਵੀ ਰਹੇ ਆ। ਉਹ ਗੋਆ ਦੇ ਰਾਜਪਾਲ ਵੀ ਰਹੇ ਆ। ਸੋ ਉਹਨਾਂ ਦੇ ਵੱਲੋਂ ਕਈਆਂ ਇਹ ਗੱਲਾਂ ਬੜੀਆਂ ਮੁੱਲਵਾਨ ਆ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਲੋਕਾਂ ਬਾਰੇ ਚਿੰਤਾ ਪ੍ਰਗਟਾਈ ਹੈ। ਰਾਜਪਾਲ ਨੇ ਕਿਹਾ ਕਿ ਜੇ ਇੱਕ ਵੀ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਬੜਾ ਦੁੱਖ ਹੁੰਦਾ ਹੈ। ਰਾਜਸਥਾਨ ਪਹੁੰਚੇ ਰਾਜਪਾਲ ਨੇ ਇੱਕ ਨਿੱਜੀ ਸਮਾਗਮ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦਾ ਇੰਨਾ ਲੰਮਾ ਸਮਾਂ ਚੱਲਣਾ ਕਿਸੇ ਦੇ ਹਿੱਤ ਦੇ ਵਿੱਚ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇੱਕ ਕੁੱਤੀ ਮਰ ਜਾਂਦੀ ਹੈ ਤਾਂ ਸਾਡੇ ਆਗੂ ਸ਼ੋਕ ਦਾ ਸੁਨੇਹਾ ਜਾਰੀ ਕਰ ਦਿੰਦੇ ਨੇ, ਪਰ 250 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ ਹੈ ਤਾਂ ਕੋਈ ਵੀ ਨਹੀਂ ਬੋਲਿਆ। ਮੈਨੂੰ ਇਹ ਗੱਲ ਦੁਖੀ ਕਰਦੀ ਹੈ। ਰਾਜਪਾਲ ਨੇ ਦਾਅਵਾ ਕੀਤਾ ਕਿ ਇਹ ਅਜਿਹਾ ਮਾਮਲਾ ਨਹੀਂ ਹੈ ਜਿਹਦਾ ਕੋਈ ਹੱਲ ਨਾ ਹੋਵੇ। ਦੋਵਾਂ ਪਾਸਿਆਂ ਤੋਂ ਬਹੁਤੀ ਦੂਰੀ ਨਹੀਂ ਹੈ, ਇਹ ਮਾਮਲਾ ਹੱਲ ਹੋ ਸਕਦਾ ਹੈ। ਰਾਜਪਾਲ ਨੇ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਸਿਰਫ ਇੱਕੋ ਮੁੱਦਾ ਹੈ। ਜੇ ਤੁਸੀਂ MSP ਨੂੰ ਕਾਨੂੰਨੀ ਰੂਪ ਦੇ ਦਿੰਦੇ ਹੋ ਤਾਂ ਇਹ ਮੁੱਦਾ ਆਸਾਨੀ ਨਾਲ ਹੱਲ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਹੁਣ ਇਹ ਮੁੱਦਾ ਦੇਸ਼ ਭਰ ਦੇ ਕਿਸਾਨਾਂ ਤੱਕ ਪਹੁੰਚ ਗਿਆ। ਇਸ ਸਥਿਤੀ ਵਿੱਚ ਸਮੱਸਿਆ ਨੂੰ ਜਿੰਨੀ ਛੇਤੀ ਹੋ ਸਕੇ ਹੱਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੰਵਿਧਾਨਕ ਅਹੁਦੇ ਉੱਤੇ ਹੁੰਦਿਆਂ ਮੈਂ ਸਿਰਫ ਕਿਸਾਨਾਂ ਤੇ ਨੇਤਾਵਾਂ ਨੂੰ ਸਲਾਹ ਦੇ ਸਕਦਾ ਹਾਂ। ਮੇਰੀ ਸਿਰਫ ਇਹੀ ਭੂਮਿਕਾ ਹੈ। ਇਸ ਤੋਂ ਪਹਿਲਾਂ ਵੀ ਐਤਵਾਰ ਨੂੰ ਉਹਨਾਂ ਨੇ ਕਿਸਾਨਾਂ ਦਾ ਪੱਖ ਲਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਦੇਸ਼ ਦੇ ਕਿਸਾਨ ਤੇ ਜਵਾਨ ਅਸੰਤੁਸ਼ਟ ਹਨ ਉਹ ਦੇਸ਼ ਕਦੇ ਵੀ ਅੱਗੇ ਨਹੀਂ ਵੱਧ ਸਕਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਦੋਂ ਬੀਜੇਪੀ ਦੇ ਸੀਨੀਅਰ ਨੇਤਾ ਤੇ ਰਾਜਪਾਲ ਦੇ ਰੁਤਬੇ ਦੇ ਉੱਤੇ ਬੈਠੇ ਹੋਏ ਵਿਅਕਤੀ ਦੇ ਵੱਲੋਂ ਇਹ ਸਾਰਾ ਕੁਝ ਕਿਹਾ ਜਾਵੇ, ਇੱਕ ਇੰਨੇ ਵੱਡੇ ਰੁਤਬੇ ਦੇ ਉੱਤੇ ਬੈਠੇ ਵਿਅਕਤੀ ਦੇ ਵੱਲੋਂ, ਤਾਂ ਬੀਜੇਪੀ ਦੇ ਉਹਨਾਂ ਨੇਤਾਵਾਂ ਨੂੰ ਸੋਚਣਾ ਜ਼ਰੂਰ ਚਾਹੀਦਾ ਜਿਹੜੇ ਕਿ ਕੁੰਭਕਰਨ ਦੀ ਨੀਂਦ ਸੁੱਤੇ ਪਏ ਆ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਤੁਸੀਂ ਹਰ ਥਾਂ ਦੇ ਉੱਤੇ ਸਹੀ ਨਹੀਂ। ਜੇਕਰ ਇੱਕ ਰਾਜਪਾਲ ਨੂੰ ਸਭ ਕੁਝ ਨਜ਼ਰ ਆ ਸਕਦਾ ਤਾਂ ਫਿਰ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਨਜ਼ਰ ਆਉਂਦਾ ਜਿਹੜੇ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਆ, ਕਦੇ ਪਾਗਲ ਕਹਿ ਦਿੰਦੇ ਆ, ਕਦੇ ਕੋਈ ਕਹਿ ਦਿੰਦਾ ਡੱਫਰ ਆ, ਕਿਸਾਨ ਤਾਂ ਫਲਾਣੇ ਹਨ, ਢੀਂਗੜੇ ਹਨ। ਸਾਕਸ਼ੀ ਮਹਾਰਾਜ ਜਿਹਨੇ ਕਦੇ ਵੀ ਅਕਲ ਦੀ ਗੱਲ ਨਹੀਂ ਕੀਤੀ ਛੇਤੀ ਕਿਤੇ, ਉਹਦੇ ਵੱਲੋਂ 2-3 ਦਿਨ ਪਹਿਲਾਂ ਕਿਹਾ ਗਿਆ ਜੀ ਕਿ ਇਹ ਕਿਸਾਨ ਪ੍ਰਦਰਸ਼ਨਕਾਰੀ ਨਹੀਂ, ਇਹ ਤਾਂ ਅੱਤਵਾਦੀ ਜਾਂ ਫਿਰ ਖਾਲਿਸਤਾਨੀ ਹਨ। ਤੇ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਸਾਕਸ਼ੀ ਮਹਾਰਾਜ ਦੇ ਪੁਤਲੇ ਫੂਕੇ ਗਏ ਆ। ਇਸ ਤੋਂ ਪਹਿਲਾਂ ਕਦੇ ਕੰਗਣਾ ਰਣੌਤ, ਕਦੇ ਕੋਈ ਕਹਿੰਦਾ ਪਿਕਨਿਕ ਮਨਾਉਣ ਗਏ ਆ, ਕੋਈ ਕਹਿੰਦਾ ਜੀ ਇਹ ਤਾਂ ਫੰਡਿੰਗ ਲਈ ਬੈਠੇ ਆ, ਕੋਈ ਕਹਿੰਦਾ ਇਹ ਤਾਂ ਮਟਰ ਗਸ਼ਤੀ ਕਰਨ ਆਏ ਆ, ਕੋਈ ਕਹਿੰਦਾ ਤਾਂ ਮੁਫਤ 'ਚ ਲੰਗਰ ਖਾਣ ਆਏ ਆ। ਇੱਦਾਂ ਦੀਆਂ ਗੱਲਾਂ ਕਰਕੇ ਕਿਸਾਨਾਂ ਦੇ ਅੰਦਰ ਗੁੱਸੇ ਦੀ ਲਹਿਰ ਹੋਰ ਪ੍ਰਚੰਡ ਕੀਤੀ ਗਈ ਹੈ। ਸਤਿਆਪਾਲ ਮਲਿਕ ਨੇ ਕਿਹਾ ਜੀ ਕਿ ਇੱਦਾਂ ਦੇ ਸ਼ਬਦ ਮੂੰਹ ਦੇ ਵਿੱਚੋਂ ਨਹੀਂ ਕੱਢਣੇ ਚਾਹੀਦੇ। ਉਹਨਾਂ ਨੇ ਕਿਹਾ ਜੀ ਕਿ ਜਿੰਨੀ ਕਿ ਮੇਰੀ ਬਣਦੀ ਸਰਦੀ ਭੂਮਿਕਾ ਮੈਂ ਅਦਾ ਕਰਨ ਨੂੰ ਤਿਆਰ ਹਾਂ। ਮੈਂ ਕਿਸਾਨਾਂ ਦੇ ਨਾਲ ਵੀ ਸੰਪਰਕ ਦੇ ਵਿੱਚ ਆ, ਮੈਂ ਕੇਂਦਰ ਦੇ ਨੇਤਾਵਾਂ ਦੇ ਵੀ ਸੰਪਰਕ ਦੇ ਵਿੱਚ ਆ। ਮੈਂ ਚਾਹੁੰਦਾ ਕਿ ਛੇਤੀ ਮਸਲਾ ਹੱਲ ਹੋਵੇ, ਇਹਦੇ ਨਾਲ ਸਾਡੀ ਹੀ ਪਾਰਟੀ ਦਾ ਭਲਾ। ਮੈਂ ਕਿਸੇ ਹੋਰ ਪਾਰਟੀ ਦਾ ਭਲਾ ਕਰਨ ਦੇ ਲਈ ਨਹੀਂ ਇਹ ਕੁਝ ਕਹਿ ਰਿਹਾ, ਪਰ ਇਹ ਸੱਚ ਹੈ ਤੇ ਸੱਚ ਸਭ ਨੂੰ ਕਬੂਲ ਕਰਨਾ ਚਾਹੀਦਾ, ਸੱਚ ਸਭ ਨੂੰ ਬੋਲਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਜੇਕਰ ਇਹ ਮਸਲਾ ਛੇਤੀ ਹੱਲ ਹੋ ਜਾਂਦਾ ਤਾਂ ਫਾਇਦਾ ਵੀ ਸਾਡੀ ਪਾਰਟੀ ਦਾ ਹੀ ਹੋਣਾ, ਤੇ ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਨੁਕਸਾਨ ਵੀ ਸਾਡੀ ਪਾਰਟੀ ਦਾ ਹੀ ਹੋ ਰਿਹਾ। ਕਿਉਂਕਿ ਰਾਜਸਥਾਨ ਦੇ ਵਿੱਚ, ਯੂਪੀ ਦੇ ਵਿੱਚ, ਹਰਿਆਣੇ ਦੇ ਵਿੱਚ ਤੇ ਹੋਰ ਕਈ ਸੂਬਿਆਂ ਦੇ ਵਿੱਚ ਬੀਜੇਪੀ ਦੀ ਹਾਲਤ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ। ਇਹਦੇ ਨਾਲ ਹੀ ਇਹ ਗੱਲ ਦੱਸਣੀ ਬਣਦੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਆ। ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਹੈ ਕਿ FCI ਨੂੰ ਕਾਗਜ਼ ਰਿਕਾਰਡ ਬਿਲਕੁਲ ਜਮ੍ਹਾਂ ਨਹੀਂ ਕਰਵਾਇਆ ਜਾਊਗਾ, ਕਿਉਂਕਿ ਸਾਨੂੰ ਕੇਂਦਰ ਦੇ ਉੱਤੇ FCI ਦੇ ਉੱਤੇ ਕੋਈ ਭਰੋਸਾ ਨਹੀਂ ਹੈ। ਉਹਨਾਂ ਨੇ ਕਿਹਾ ਜੀ ਕਿ ਜ਼ਮੀਨਾਂ ਦਾ ਰਿਕਾਰਡ ਮੰਗ ਰਹੇ ਆ। ਜ਼ਮੀਨਾਂ ਦਾ ਰਿਕਾਰਡ ਪਹਿਲਾਂ ਹੀ ਸਰਕਾਰਾਂ ਕੋਲੇ ਹੁੰਦਾ, ਸਾਡੇ ਕੋਲੇ ਥੋੜ੍ਹੀ ਆ। ਉਹਨਾਂ ਦੇ ਕੋਲੇ ਹੀ ਸਾਰਾ ਕੁਝ ਜਮ੍ਹਾਂਬੰਦੀਆਂ, ਉਹਨਾਂ ਕੋਲੇ ਫਰਦਾਂ, ਉਹਨਾਂ ਕੋਲੇ ਰਜਿਸਟਰੀਆਂ ਦੇ ਵੇਰਵੇ, ਉਹਨਾਂ ਕੋਲੇ, ਸਾਡੇ ਕੋਲੇ ਕੀ ਆ। ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਬੇਸ਼ੱਕ ਜੋ ਮਰਜ਼ੀ ਕਹੀ ਜਾਣ ਕਿ ਸਾਨੂੰ ਬੈਂਕ ਦਾ ਡਾਟਾ ਦਿਓ, ਸਾਨੂੰ ਰਿਕਾਰਡ ਦਿਓ ਜ਼ਮੀਨਾਂ ਦਾ, ਅਸੀਂ ਬਿਲਕੁਲ ਨਹੀਂ ਗੱਲ ਮੰਨਦੇ। ਤੇ ਜਿਵੇਂ ਕਿ ਬੱਸ ਅੱਡਿਆਂ ਦੇ ਵਿੱਚ ਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਚੀਜ਼ਾਂ ਵੇਚਣ ਵਾਲੇ ਲੋਕ ਹੁੰਦੇ ਵੀ ਕੰਘੇ ਲੈ ਲਓ, ਪੈਨ ਲੈ ਲਓ, ਹਰਭਜਨ ਧਾਰਾ ਦਵਾਈ ਲੈ ਲਓ, ਮਰੂੰਡਾ ਲੈ ਲਓ, ਲੱਡੂ ਲੈ ਲਓ, ਉਸੇ ਤਰੀਕੇ ਨਾਲ ਕਿਸਾਨ ਹੁਣ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ਤੇ ਜਾਣਗੇ, ਲੋਕਾਂ ਨੂੰ ਬੇਨਤੀ ਕਰਨਗੇ ਕਿ ਵੱਧ ਤੋਂ ਵੱਧ ਤੁਸੀਂ ਕਿਸਾਨ ਅੰਦੋਲਨਾਂ ਦੇ ਨਾਲ ਜੁੜੋ।
ਪੰਜਾਬ ਦੇ ਵਿੱਚ ਕਰੋਨਾ ਬੇਹੱਦ ਹੋ ਗਿਆ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਸਰਕਾਰੀ ਅੰਕੜੇ ਕਹਿ ਰਹੇ ਆ। ਲੰਘੇ ਕੱਲ ਪੰਜਾਬ ਦੇ ਵਿੱਚ 35 ਦੇ ਕਰੀਬ ਲੋਕਾਂ ਦੀ ਮੌਤ ਕਰੋਨਾ ਕਰਕੇ ਹੋਈ ਹੈ। ਜਲੰਧਰ ਵਿੱਚ ਵੀ ਕਈ ਕੇਸ ਆਏ ਆ। ਪੰਜਾਬ ਦੇ ਵਿੱਚ ਲਗਾਤਾਰ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਣਾ ਚਿੰਤਾਜਨਕ ਹੈ। ਪੰਜਾਬ ਦੇ ਵਿੱਚ ਵੱਡੇ ਵੱਡੇ ਨਾਮਣੇ ਵਾਲੇ ਲੋਕ ਆ ਜਿਹੜੇ ਉਹ ਕਰੋਨਾ ਪੀੜਤ ਹੋ ਰਹੇ ਆ। ਪਰ ਇੱਕ ਗੱਲ ਦਾ ਫਿਕਰ ਵੀ ਹੈ ਤੇ ਇੱਕ ਗੱਲ ਸੋਚਣੀ ਬਣਦੀ ਵੀ ਆ ਸਭ ਨੂੰ, ਮੈਨੂੰ ਵੀ ਤੁਹਾਨੂੰ ਵੀ, ਕਿ ਸੁਖਬੀਰ ਸਿੰਘ ਬਾਦਲ ਕਰੋਨਾ ਪੋਜ਼ਿਟਿਵ ਹੋ ਗਏ। ਉਹ ਪਹਿਲਾਂ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਸੀ, ਹੁਣ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਦਿੱਲੀ ਦੇ ਮੈਦਾਂਤਾ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਹੋਰੀ ਕਰੋਨਾ ਪੋਜ਼ਿਟਿਵ ਹੋਏ ਸੀ। ਉਸ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਬਾਰੇ ਖਬਰਾਂ ਆਈਆਂ ਸੀ। ਕੁਝ ਹੋਰ ਵਿਧਾਇਕਾਂ ਦੇ ਬਾਬਤ ਵੀ ਇਹੋ ਜਿਹੀਆਂ ਸਮੇਂ-ਸਮੇਂ ਦੇ ਉੱਤੇ ਖਬਰਾਂ ਆਈਆਂ। ਪਰ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਆ, ਭਾਵੇਂ ਉਹ ਅਕਾਲੀ ਦਲ ਦੇ ਹੋਣ ਤੇ ਭਾਵੇਂ ਉਹ ਕਾਂਗਰਸ ਦੇ ਹੋਣ, ਇਹ ਆਪਣੇ ਰਾਜ ਦੇ ਵਿੱਚ ਇਹੋ ਜਿਹਾ ਹਸਪਤਾਲ ਪੰਜਾਬ ਦੇ ਵਿੱਚ ਇੱਕ ਵੀ ਨਹੀਂ ਖੜਾ ਕਰ ਸਕੇ ਜਿੱਥੇ ਆਪਣਾ ਇਲਾਜ ਤਸੱਲੀਜਨਕ ਕਰਵਾ ਸਕਣ। ਗਰੀਬ ਲੋਕਾਂ ਦੇ ਲਈ ਕਹਿੰਦੇ ਵੀ ਸਰਕਾਰੀ ਹਸਪਤਾਲ ਹੈਗੇ ਆ, ਮਾਤੜ ਲੋਕ ਉੱਥੇ ਜਾਣ, ਪਰ ਜਦੋਂ ਆਪ ਬਿਮਾਰ ਹੁੰਦੇ ਆ, ਕਦੇ ਏਮਸ ਦੇ ਵਿੱਚ, ਕਦੇ ਫੋਰਟਿਸ ਦੇ ਵਿੱਚ, ਕਦੇ ਕਿਤੇ, ਕਦੇ ਅਮਰੀਕਾ, ਕਦੇ ਕੈਨੇਡਾ, ਇੱਦਾਂ ਦਾ ਕੰਮ ਚੱਲ ਪੈਂਦਾ। ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਬਿਹਤਰ ਕੀਤੀਆਂ ਜਾਣ, ਤੇ ਜੇਕਰ ਬਿਹਤਰ ਹੈਗੀਆਂ, ਜਿਵੇਂ ਕਿ ਦਾਅਵਾ ਸਾਰੀਆਂ ਸਰਕਾਰਾਂ ਕਰਦੀਆਂ ਵੀ ਅਸੀਂ ਆਹ ਕਰਤਾ, ਅਸੀਂ ਉਹ ਕਰਤਾ, ਤਾਂ ਫਿਰ ਜਦੋਂ ਵੀ ਨੇਤਾ ਬਿਮਾਰ ਹੁੰਦੇ ਆ ਉਦੋਂ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਹੀ ਇਲਾਜ ਕਰਵਾਉਣਾ ਚਾਹੀਦਾ। ਟਿੰਡ ਫੌੜੀ ਚੱਕ ਕੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵੱਲ ਬਿਲਕੁਲ ਨਹੀਂ ਜਾਣਾ ਚਾਹੀਦਾ। ਲੋਕਾਂ ਦਾ ਭਰੋਸਾ ਬੰਨੋ, ਲੋਕਾਂ ਨੂੰ ਸਾਬਤ ਕਰੋ ਵੀ ਅਸੀਂ ਵੀ ਇੱਥੇ ਇਲਾਜ ਕਰਵਾਉਣੇ ਆ, ਤੁਸੀਂ ਵੀ ਇੱਥੇ ਕਰਵਾਓ। ਆਪਾਂ ਸਿਹਤ ਸਹੂਲਤਾਂ ਕੀਤੀਆਂ ਇੰਨੀ ਕਮਾਲ ਦੀਆਂ ਪੈਦਾ, ਪਰ ਇੱਦਾਂ ਹੁੰਦਾ ਨਹੀਂ। ਅਗਲੀ ਜਾਣਕਾਰੀ ਇਹ ਹੈ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਉੱਤੇ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਜੀ ਪੰਜਾਬ, ਮਹਾਰਾਸ਼ਟਰ ਤੇ ਕਈ ਹੋਰ ਸੂਬਿਆਂ ਦੇ ਵਿੱਚ ਕਰੋਨਾ ਬੇਹੱਦ ਵੱਧ ਰਿਹਾ। ਆਪਾਂ ਟ੍ਰਿਪਲ ਟੀ ਦੇ ਉੱਤੇ ਕੰਮ ਕਰਨਾ, 3 ਟੀਆਂ ਦੇ ਉੱਤੇ ਕੰਮ ਕਰਨਾ। ਪਹਿਲੀ ਟੀ ਟਰੈਕਿੰਗ, ਦੂਜੀ ਟੀ ਹੈਗੀ ਆ ਟੈਸਟਿੰਗ, ਤੇ ਤੀਜੀ ਟੀ ਹੈਗੀ ਆ ਟ੍ਰੀਟਮੈਂਟ। ਯਾਨੀ ਕਿ ਇਹਨਾਂ 3 ਟੀ ਦੇ ਉੱਤੇ ਆਪਾਂ ਕੰਮ ਕਰਾਂਗੇ ਤਾਂ ਕਰੋਨਾ ਨੂੰ ਕਾਬੂ ਦੇ ਵਿੱਚ ਲਿਆਵਾਂਗੇ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਫਿਕਰਮੰਦੀ ਜ਼ਾਹਰ ਕਰ ਰਹੇ, ਚੰਗੀ ਗੱਲ ਆ, ਕਰਨੀ ਵੀ ਚਾਹੀਦੀ ਹੈ। ਥਾਲੀਆਂ ਖੜਕਾਉਣ, ਤਾੜੀਆਂ ਵਜਾਉਣ, ਚੀਕਾਂ ਮਾਰਨ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਕਰੋਨਾ ਵੈਕਸੀਨ ਦੀ ਗੱਲ ਦੇ ਉੱਤੇ ਆਏ ਆ। ਉਹ ਕਹਿੰਦੇ ਵੀ ਕਰੋਨਾ ਵੈਕਸੀਨ ਨੂੰ ਅਜਾਈਂ ਨਾ ਗਵਾਓ, ਇਹਨੂੰ ਵੇਸਟ ਬਿਲਕੁਲ ਨਾ ਕਰੋ। ਉਹਨਾਂ ਨੇ ਕਿਹਾ ਜੀ ਮਾਸਕ ਪਹਿਨ ਕੇ ਰੱਖੋ। ਇਹ ਇੱਕ ਵੱਖਰੀ ਗੱਲ ਹੈ। ਜਦੋਂ ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਰੋਨਾ ਵਾਲਾ ਟੀਕਾ ਲਵਾਇਆ, 2 ਨਰਸਾਂ ਮਗਰ ਖੜੀਆਂ ਸੀ, ਉਹਨਾਂ ਨੇ ਮਾਸਕ ਪਹਿਨਿਆ ਸੀ, ਪਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਹੀਂ ਸੀ ਪਹਿਨਿਆ ਹੋਇਆ, ਤੇ ਉਹਦਾ ਲੋਕਾਂ ਨੂੰ ਆਪਾਂ ਕਹਿੰਦੇ ਵੀ ਤੁਸੀਂ ਮਾਸਕ ਪਹਿਨ ਕੇ ਰੱਖੋ। ਉਸ ਤੋਂ ਅਗਲੀ ਗੱਲ ਇਹ ਆ ਵੀ ਜਿਹੜੇ 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਉੱਥੇ ਕੋਈ ਕਰੋਨਾ ਨਹੀਂ, ਪਰ ਬਾਕੀ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਰੋਨਾ ਦੀ ਗਿਣਤੀ ਵੱਧ ਰਹੀ ਹੈ, ਕਰੋਨਾ ਪੀੜਤਾਂ ਦੀ ਗਿਣਤੀ ਵਿੱਚ ਇਜ਼ਾਫਾ ਹੋ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਕਰੋਨਾ ਪੀੜਤਾਂ ਦੇ ਵਧਦੇ ਹੋਏ ਮਾਮਲੇ ਦੇਖ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਕੱਲ੍ਹ ਮੁੱਖ ਮੰਤਰੀਆਂ ਦੇ ਨਾਲ ਵਰਚੁਅਲ ਯਾਨੀ ਕਿ ਆਨਲਾਈਨ ਮੀਟਿੰਗ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਰੋਨਾ ਦੇ ਵੱਧਦੇ ਹੋਏ ਮਾਮਲਿਆਂ ਦੇ ਉੱਤੇ ਚਿੰਤਾ ਪ੍ਰਗਟਾਉਂਦਿਆਂ ਸੂਬਿਆਂ ਨੂੰ 3T ਦਾ ਮੰਤਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਟੈਸਟਿੰਗ, ਟਰੈਕਿੰਗ ਤੇ ਟ੍ਰੀਟਮੈਂਟ ਦੇ ਨਾਲ ਇੱਕ ਵਾਰ ਅਸੀਂ ਕਰੋਨਾ ਦੇ ਉੱਤੇ ਮੁਕੰਮਲ ਜਿੱਤ ਹਾਸਲ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਕਈ ਦੇਸ਼ਾਂ ਦੇ ਵਿੱਚ ਮਹਾਮਾਰੀ ਦੀਆਂ ਨਵੀਆਂ ਲਹਿਰਾਂ ਦੇਖਣ ਨੂੰ ਮਿਲ ਰਹੀਆਂ ਨੇ। ਸਾਡੇ ਵੀ ਮਹਾਰਾਸ਼ਟਰ ਦੇ ਵਿੱਚ, ਕੇਰਲ, ਪੰਜਾਬ, ਮੱਧ ਪ੍ਰਦੇਸ਼ ਤੇ ਕਈ ਹੋਰ ਸੂਬਿਆਂ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੋ ਰਿਹਾ। ਅਸੀਂ ਰੋਕਣ ਦੇ ਲਈ ਤੇਜ਼ੀ ਨਾਲ ਕੰਮ ਕਰਾਂਗੇ। PM ਨੇ ਸੂਬਿਆਂ ਨੂੰ ਕਰੋਨਾ ਦੇ ਨਾਲ ਲੜਨ ਦੇ ਲਈ ਜਾਂਚ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਉੱਤੇ ਜ਼ੋਰ ਦੇਣ ਦੀ ਗੱਲ ਕਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ RT-PCR ਟੈਸਟ ਨੂੰ 70% ਕਰਨ ਦੀ ਜ਼ਰੂਰਤ ਹੈ। ਉਹਨਾਂ ਕੇਰਲ, ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਦੇ ਵਿੱਚ ਰੈਪਿਡ ਟੈਸਟਿੰਗ ਹੀ ਕੀਤੇ ਜਾਣ ਦੇ ਉੱਤੇ ਚਿੰਤਾ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਕਿ ਇਸ ਵਕਤ ਕੁਝ ਕਰਕੇ ਦਿਖਾਉਣ ਦਾ ਵੇਲਾ। ਉਹਨਾਂ ਨੇ ਕਿਹਾ ਕਿ ਹਰ ਰੋਜ਼ ਅੰਦਾਜ਼ੇ ਦੇ ਮੁਤਾਬਕ 30 ਲੱਖ ਵੈਕਸੀਨ ਲੱਗ ਰਹੀ ਹੈ, ਸੋ ਸਾਨੂੰ ਇਹ ਹੋਰ ਤੇਜ਼ ਰਫ਼ਤਾਰ ਦੇ ਵਿੱਚ ਕਰਨ ਦੀ ਲੋੜ ਹੈ। ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਇਹਦੇ ਲਈ ਜ਼ਰੂਰੀ ਲੱਗੇ ਤਾਂ ਵੈਕਸੀਨੇਸ਼ਨ ਸੈਂਟਰ ਵਧਾਉਣੇ ਚਾਹੀਦੇ ਨੇ। ਪ੍ਰਧਾਨ ਮੰਤਰੀ ਨੇ ਯੂਪੀ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵੈਕਸੀਨ ਦੀ ਵੇਸਟੇਜ ਦੇ ਉੱਤੇ ਵੀ ਚੇਤਾਵਨੀ ਦਿੱਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਇਹ ਕਹਾਂਗੇ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਫਿਕਰ ਕਰਨਾ ਵਾਜਬ ਹੈ। ਹਰ ਦੇਸ਼ ਦੇ ਮੁਖੀ ਨੂੰ ਫਿਕਰ ਕਰਨਾ ਚਾਹੀਦਾ। ਹਰ ਸੂਬੇ ਦੇ ਮੁੱਖ ਮੰਤਰੀ, ਹਰ ਸੂਬੇ ਦੇ ਸਿਹਤ ਮੰਤਰੀ ਨੂੰ ਫਿਕਰ ਕਰਨਾ ਚਾਹੀਦਾ। ਸਿਹਤ ਅਧਿਕਾਰੀਆਂ ਨੂੰ ਫਿਕਰ ਕਰਨਾ ਚਾਹੀਦਾ ਤੇ ਫਿਰ ਸਾਨੂੰ ਵੀ ਕਰਨਾ ਚਾਹੀਦਾ। ਪਰ ਭਾਰਤ ਦੇ ਵਿੱਚ ਤੇ ਬਾਕੀ ਦੇਸ਼ਾਂ ਦੇ ਵਿੱਚ ਅਸਮਾਨਤਾ, ਬਹੁਤ ਅਸਮਾਨਤਾ ਦੀ ਘਾਟ ਹੈ। ਬਾਹਰਲੇ ਦੇਸ਼ਾਂ ਦੇ ਵਿੱਚ ਜੇਕਰ ਪ੍ਰਧਾਨ ਮੰਤਰੀ ਜਾਂ ਸਿਹਤ ਮੰਤਰੀ ਹੁਕਮ ਜਾਰੀ ਕਰਦਾ ਤਾਂ ਸਭ ਤੋਂ ਪਹਿਲਾਂ ਖੁਦ ਦੇ ਉੱਤੇ ਲਾਗੂ ਕਰਦਾ, ਪਰ ਭਾਰਤ ਦੇ ਵਿੱਚ ਇੱਦਾਂ ਹੁੰਦਾ ਨਹੀਂ। ਭਾਰਤ ਦੇ ਵਿੱਚ ਜਦੋਂ ਅਸੀਂ ਰੈਲੀਆਂ ਦੇਖਦੇ ਹਾਂ, ਭਾਵੇਂ ਪੱਛਮੀ ਬੰਗਾਲ ਦੀ ਦੇਖੀਏ, ਭਾਵੇਂ ਅਸੀਂ ਪੁਡੂਚੇਰੀ ਦੀ ਦੇਖੀਏ, ਭਾਵੇਂ ਅਸੀਂ ਬਾਕੀ ਸੂਬੇ ਜਿੱਥੇ ਵੋਟਾਂ ਪੈਣ ਜਾ ਰਹੀਆਂ ਉਹਦੇ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਬਾਅਦ ਜਾਂ ਹਫ਼ਤਿਆਂ ਬਾਅਦ ਉੱਥੋਂ ਦੀਆਂ ਰੈਲੀਆਂ ਦੇਖ ਕੇ ਲੱਗਦਾ ਵੀ ਕਿਹੜਾ ਕਰੋਨਾ, ਕਾਹਦਾ ਕਰੋਨਾ, ਇਹ ਕਰੋਨਾ ਨਾਂ ਦਾ ਡਰਾਮਾ ਹੀ ਆ। ਇੱਥੇ ਇੰਨਾ ਵੱਡਾ ਇਕੱਠ ਆ, ਕਿਸੇ ਨੇ 2 ਇੰਚ ਦੀ ਦੂਰੀ ਨਹੀਂ ਰੱਖੀ ਹੁੰਦੀ ਬੰਦੇ ਨੇ ਬੰਦੇ ਤੋਂ,
ਤੇ 2 ਮੀਟਰ ਦੀ ਦੂਰੀ ਕਿਹਨੇ ਰੱਖਣੀ ਆ। ਪਰ ਉੱਦਾਂ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਵੀ ਤੁਸੀਂ ਸਾਰੇ ਆਪਣੀ ਸਿਹਤ ਦੇ ਪ੍ਰਤੀ ਸੁਜੱਗ ਹੋਵੋ ਤੇ ਤੁਸੀਂ ਸਾਰੇ ਕਰੋਨਾ ਤੋਂ ਬਚਣ ਦੀ ਕੋਸ਼ਿਸ਼ ਕਰੋ ਤੇ ਇਹਤਿਆਤ ਦੀ ਵਰਤੋਂ ਕਰੋ। ਜੇ ਪਹਿਲੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੀ ਜਾਵੇ ਵੀ ਤੁਸੀਂ ਇੰਨੀਆਂ ਵੱਡੀਆਂ ਰੈਲੀਆਂ ਕਿਹੜੀ ਗੱਲੋਂ ਕਰ ਰਹੇ ਆ, ਤੁਸੀਂ ਇਹ ਕਹੋ ਜੀ ਅਸੀਂ ਕੰਮ ਕੀਤਾ, ਬਿਨਾਂ ਰੈਲੀਆਂ ਤੋਂ ਬਿਨਾਂ ਪ੍ਰਚਾਰ ਤੋਂ ਅਸੀਂ ਜਿੱਤ ਕੇ ਦਿਖਾ ਦਿਆਂਗੇ ਤੇ ਗੱਲ ਹੀ ਖਤਮ ਹੋ ਜੇ। ਤੁਸੀਂ ਜਦੋਂ ਰੈਲੀਆਂ ਕਰਦੇ ਉਦੋਂ ਕਰੋਨਾ ਨਹੀਂ, ਤੇ ਜੇਕਰ ਬਾਕੀ ਸੂਬਿਆਂ ਦੇ ਵੱਲ ਨਿਗਾਹ ਮਾਰਦੇ ਤਾਂ ਕਰੋਨਾ ਹੈਗਾ। ਇਹਦੇ ਕਰਕੇ ਲੋਕਾਂ ਦੇ ਵਿੱਚ ਬੇਵਿਸ਼ਵਾਸੀ ਪੈਦਾ ਹੋਈ ਹੈ। ਸੋ ਉਸ ਤੋਂ ਗੱਲਬਾਤ ਪੰਜਾਬ ਦੀ ਕਰ ਲਓ। ਹੁਣ ਇੱਥੇ ਰੈਲੀਆਂ ਪੰਜਾਬ ਦੇ ਵਿੱਚ ਵੀ ਚੱਲ ਰਹੀਆਂ। ਅਕਾਲੀ ਦਲ ਨੇ ਵੀ ਕਈ ਰੈਲੀਆਂ ਕੀਤੀਆਂ, ਹੁਣ 31 ਮਾਰਚ ਤੱਕ ਮੁਲਤਵੀ ਕੀਤੀਆਂ। ਆਮ ਆਦਮੀ ਪਾਰਟੀ ਨੇ ਆਉਂਦੇ ਦਿਨਾਂ ਦੇ ਵਿੱਚ ਬਾਘੇ ਪੁਰਾਣੇ 'ਚ ਰੈਲੀ ਕਰਨੀ ਆ। ਕਈ ਹੋਰ ਥਾਵਾਂ ਦੇ ਉੱਤੇ ਕਈ ਪਾਰਟੀਆਂ ਰਾਜਨੀਤਿਕ ਰੈਲੀਆਂ ਕਰਨ ਬਾਰੇ ਸੋਚ ਰਹੀਆਂ। ਪਰ ਜੇਕਰ ਪੰਜਾਬ ਦੇ ਵਿੱਚ ਕਰੋਨਾ ਇੰਨਾ ਵੱਧ ਰਿਹਾ ਤਾਂ ਫਿਰ ਰਾਜਨੀਤਿਕ ਲੋਕ ਰੈਲੀਆਂ ਕਿਹੜੀ ਗੱਲੋਂ ਕਰ ਰਹੇ ਆ। ਜੇਕਰ ਇੱਕ ਬੰਦਾ ਕਾਰ ਦੇ ਵਿੱਚ ਬੈਠਾ ਹੋਵੇ, ਉਹਨੇ ਮਾਸਕ ਨਹੀਂ ਪਾਇਆ, ਉਹਨੂੰ 1000 ਰੁਪਏ ਦਾ ਜੁਰਮਾਨਾ। ਤੇ ਇੱਕ ਬੰਦਾ ਕਈ ਦਿਨ ਪ੍ਰਚਾਰ ਕਰਕੇ ਨੁੱਕੜ ਮੀਟਿੰਗਾਂ ਕਰ ਕਰਕੇ ਲੋਕਾਂ ਨੂੰ ਅਖਬਾਰਾਂ ਦੇ ਰਾਹੀਂ ਜਾਗਰੂਕ ਕਰ ਕਰਕੇ ਸੁਨੇਹੇ ਪਹੁੰਚਾ ਕੇ ਸੋਸ਼ਲ ਮੀਡੀਆ ਦੇ ਉੱਤੇ ਲੱਖਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦਿਆਂ ਨੂੰ ਰੈਲੀ 'ਚ ਇਕੱਠਾ ਕਰਦਾ, ਉਹਦੇ ਉੱਤੇ ਜੁਰਮਾਨਾ ਕਿਉਂ ਨਹੀਂ ਹੁੰਦਾ, ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ। ਸੋ ਸਾਡੇ ਰਾਜਨੀਤਿਕ ਲੋਕਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈ। ਇਹ ਲੋਕਾਂ ਨੂੰ ਕੁਝ ਹੋਰ ਕਹਿੰਦੇ, ਆਪ ਕੁਝ ਹੋਰ ਕਰਦੇ ਆ। ਇਸੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਗੁੱਸੇ ਦੀ ਲਹਿਰ ਪ੍ਰਚੰਡ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਨੂੰ ਪਤਿਆਉਣ ਦੀ ਜਾਂ ਕਹਿ ਲਈਏ ਮਨਾਉਣ ਦੀ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਕੱਲ੍ਹ ਕੋਸ਼ਿਸ਼ ਕੀਤੀ ਹੈ। 2 ਵਜੇ ਲੰਚ ਟਾਈਮ ਦੇ ਉੱਤੇ ਮਿਲਣਾ ਸੀ, ਪਰ ਉਧਰੋਂ ਪ੍ਰਧਾਨ ਮੰਤਰੀ ਸਾਹਿਬ ਦੇ ਫੋਨ ਦੀ ਟੱਲੀ ਖੜਕ ਗਈ। ਕਹਿੰਦੇ ਵੀ ਆਪਾਂ ਹੁਣ ਵਰਚੁਅਲ ਮੀਟਿੰਗ ਕਰਨੀ ਹੈ ਕਰੋਨਾ ਦੇ ਮੁਤਲਕ। ਇਸ ਕਰਕੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲਬਾਤ ਕਹਿੰਦੇ ਆ ਕਿ 4:30 ਪੌਣੇ 5 ਵਜੇ ਹੋਈ ਆ 50 ਮਿੰਟ ਦੇ ਲਈ। ਪਰ ਉਸ ਤੋਂ ਬਾਅਦ ਨਵਜੋਤ ਸਿੱਧੂ ਨੇ ਇੱਕ ਟਵੀਟ ਕੀਤਾ। ਇਸ ਟਵੀਟ ਨੂੰ ਪੜ੍ਹ ਕੇ ਇਉਂ ਲੱਗਦਾ ਵੀ ਗੱਲਬਾਤ ਸਿਰੇ ਲੱਗੀ ਨਹੀਂ, ਮੀਟਿੰਗ ਦੇ ਵਿੱਚ ਕੋਈ ਕਮਾਲ ਦੀ ਗੱਲ ਹੋਈ ਨਹੀਂ। ਪਰ ਜੇ ਅਸੀਂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੱਫੀ ਵਾਲੀ ਫੋਟੋ ਵੇਖਦੇ ਹਾਂ, ਇਉਂ ਲੱਗਦਾ ਵੀ ਗੱਲ ਸਿਰੇ ਲੱਗ ਗਈ, ਸਿੱਧੂ ਨੂੰ ਕੈਬਨਿਟ ਦੇ ਵਿੱਚ ਛੇਤੀ ਸ਼ਾਮਲ ਕਰ ਲਿਆ ਜਾਊਗਾ। ਕਹਿੰਦੇ ਆ ਵੀ ਚਾਹ ਦੀਆਂ ਚੁਸਕੀਆਂ ਦੇ ਨਾਲ ਕਈ ਮਹੱਤਵਪੂਰਨ ਗੱਲਾਂ ਹੋਈਆਂ। ਜਦੋਂ ਮੀਟਿੰਗ ਕਰਕੇ ਸਿੱਧੂ ਹੋਰੀ ਕਮਰੇ ਦੇ ਵਿੱਚੋਂ ਬਾਹਰ ਆਏ ਆ, ਪੱਤਰਕਾਰਾਂ ਨੇ ਸਵਾਲਾਂ ਦੇ ਘੇਰੇ ਘੱਤਲੇ, ਪਰ ਉਹਨਾਂ ਨੇ ਕਿਹਾ ਜੀ ਕਿ ਨਹੀਂ, ਕੋਈ ਉੱਤਰ ਨਹੀਂ, ਅੱਜ ਮੈਂ ਕੋਈ ਗੱਲ ਨਹੀਂ ਕਰਨੀ ਗੀ। ਹੱਸ ਕੇ ਉਹ ਆਪਣੀ ਗੱਡੀ 'ਚ ਬਹਿ ਗਏ ਤੇ ਆਓ ਗਏ। ਹੁਣ ਇਹ ਵਕਤ ਦੱਸੂਗਾ, ਕੁਝ ਘੰਟਿਆਂ ਬਾਅਦ ਪਤਾ ਲੱਗ ਜੇ ਜਾਂ ਕੁਝ ਦਿਨਾਂ ਬਾਅਦ ਪਤਾ ਲੱਗ ਜੇ ਕਿ ਸਿੱਧੂ ਨੂੰ ਕਿਹੜੇ ਅਹੁਦੇ ਦੇ ਉੱਤੇ ਫਿੱਟ ਕੀਤਾ ਜਾਂਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਦਰਮਿਆਨ ਕੋਲਡ ਵਾਰ ਚੱਲ ਰਹੀ ਹੈ। ਇਸੇ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੀ ਕੱਲ੍ਹ ਮੀਟਿੰਗ ਹੋਈ ਹੈ। ਸਿਆਸੀ ਗਲਿਆਰਿਆਂ ਦੇ ਵਿੱਚ ਪਹਿਲਾਂ ਹੀ ਅੰਦਾਜ਼ੇ ਲੱਗ ਰਹੇ ਸਨ ਕਿ ਨਵਜੋਤ ਸਿੱਧੂ ਨੂੰ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ। ਦੋਵਾਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ, ਪਰ ਇੰਝ ਲੱਗ ਰਿਹਾ ਕਿ ਨਵਜੋਤ ਸਿੱਧੂ ਕੈਪਟਨ ਦੀ ਦਿੱਤੀ ਆਫਰ ਤੋਂ ਬਹੁਤੇ ਖੁਸ਼ ਨਹੀਂ। ਮੀਟਿੰਗ ਖਤਮ ਹੁੰਦਿਆਂ ਹੀ ਨਵਜੋਤ ਸਿੱਧੂ ਨੇ ਟਵਿੱਟਰ ਦੇ ਉੱਤੇ ਟਵੀਟ ਕੀਤਾ। ਉਹਨਾਂ ਨੇ ਲਿਖਿਆ ਕਿ ਆਜ਼ਾਦ ਰਹੋ ਵਿਚਾरों से लेकिन बंधे रहो संस्कारों से ताकि आस और विश्वास रहे किरदारों पे। ਨਵਜੋਤ ਸਿੱਧੂ ਦੇ ਇਸ ਸ਼ੇਅਰ ਦੇ ਕਈ ਲੋਕ ਕਈ ਅਰਥ ਕੱਢ ਰਹੇ ਨੇ। ਮੀਟਿੰਗ ਤੋਂ ਪਹਿਲਾਂ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਕਿਹਾ ਸੀ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਉਹਨਾਂ ਦਰਮਿਆਨ ਮੀਟਿੰਗ ਦੇ ਵਿੱਚ ਕੀ ਹੋਣ ਵਾਲਾ। ਇਹਦੇ ਨਾਲ ਹੀ ਨਵਜੋਤ ਕੌਰ ਨੇ ਵੀ ਆਪਣੇ ਰਾਜਨੀਤਿਕ ਭਵਿੱਖ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਨਵਜੋਤ ਕੌਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਭਲਾ ਚਾਹੁੰਦੇ ਨੇ, ਪਰ ਉਹਨਾਂ ਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ। ਜੇਕਰ ਉਹਨਾਂ ਨੂੰ ਅਹੁਦੇ ਦਾ ਲਾਲਚ ਹੁੰਦਾ ਤਾਂ ਉਹ ਆਪਣੀ 40 ਕਰੋੜ ਰੁਪਈਆ ਸਾਲਾਨਾ ਵਾਲੀ ਨੌਕਰੀ ਨਾ ਛੱਡਦੇ ਤੇ ਉਹ ਚੁੱਪ ਕਰਕੇ ਘਰ ਬੈਠ ਜਾਂਦੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਰੀਸ਼ ਰਾਵਤ ਜਿਹੜੇ ਕਿ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਆ ਕਾਂਗਰਸ ਦੇ, ਉਹਨਾਂ ਨੇ ਹੁਣ ਸਿੱਧੂ ਨਾਲ ਮੀਟਿੰਗ ਕਰਨੀ ਆ ਫਿਰ ਇੱਕ ਵਾਰ। ਪਿਛਲੇ ਦਿਨੀ ਵੀ ਕੀਤੀ ਸੀ, ਉਦੋਂ ਮੰਗਾਂ ਸੁਣੀਆਂ ਸੀ, ਫਿਰ ਕੈਪਟਨ ਤੱਕ ਪਹੁੰਚਾਈਆਂ ਸੀ, ਮੀਟਿੰਗ ਦਾ ਪ੍ਰਬੰਧ ਕੀਤਾ ਸੀ। ਮੀਟਿੰਗ ਤੋਂ ਬਾਅਦ ਹੁਣ ਇੱਕ ਵਾਰ ਫਿਰ ਹਰੀਸ਼ ਰਾਵਤ ਸਿੱਧੂ ਨੂੰ ਮਿਲਣਗੇ। ਉਹ ਹੁਣ ਕੀ ਕਰਨਗੇ ਇਸ ਮਾਮਲੇ ਦੇ ਵਿੱਚ ਕੁਝ ਕਹਿ ਨਹੀਂ ਸਕਦੇ, ਪਰ ਮੰਨਿਆ ਇਹ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਜੀ ਕਿ ਮੈਨੂੰ ਮੇਰਾ ਪੁਰਾਣਾ ਪੋਰਟਫੋਲੀਓ ਦਿਓ, ਮੈਂ ਉਸੇ ਅਹੁਦੇ ਦੇ ਉੱਤੇ ਕੰਮ ਕਰਨਾ, ਸਥਾਨਕ ਸਰਕਾਰਾਂ ਵਿਭਾਗ ਦਾ ਮੰਤਰੀ ਮੈਨੂੰ ਫੇਰ ਬਣਾਓ। ਕਹਿੰਦੇ ਆ ਵੀ ਕੈਪਟਨ ਸਾਹਿਬ ਇਸ ਗੱਲ ਦੇ ਉੱਤੇ ਰਾਜ਼ੀ ਨਹੀਂ। ਹੁਣ ਹਰੀਸ਼ ਰਾਵਤ ਹੋਰੀ ਵਿੱਚ ਵਿਚਾਲੇ ਪੈ ਕੇ ਮਸਲਾ ਕਿਵੇਂ ਹੱਲ ਕਰਾਉਂਦੇ ਇਹ ਵਕਤ ਬਿਆਨ ਕਰੂਗਾ, ਪਰ ਇਸ ਵੇਲੇ ਕਾਂਗਰਸ ਨੂੰ ਦੋਹਰੀ ਮਾਰ ਪੈ ਰਹੀ ਹੈ। ਲੋਕਾਂ ਦੇ ਵਿੱਚ ਬੇਸ਼ੱਕ ਸੁਨੇਹਾ ਅਖਬਾਰਾਂ ਦੇ ਇਸ਼ਤਿਹਾਰਾਂ ਰਾਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 4 ਸਾਲ ਵਿੱਚ ਕਮਾਲ ਕਰਤੀ, ਪਰ ਲੋਕ ਕਹਿੰਦੇ ਵੀ ਕੋਈ ਕਮਾਲ ਨਹੀਂ ਹੋਈ। ਉਧਰੋਂ ਕਾਂਗਰਸ ਦਾ ਇੱਕ ਹਿੱਸਾ ਵਿਧਾਇਕਾਂ ਦਾ ਇੱਕ ਹਿੱਸਾ ਇਹ ਗੱਲ ਕਹਿੰਦਾ ਵੀ ਅਸੀਂ ਕਿਹੜੇ ਮੂੰਹ ਦੇ ਨਾਲ 22 ਦੇ ਵਿੱਚ ਵੋਟਾਂ ਮੰਗਾਂਗੇ। ਸੋ ਇਸ ਕਰਕੇ ਚੁਣੌਤੀ ਤਾਂ ਹੈ, ਪਰ ਪ੍ਰਸ਼ਾਂਤ ਕਿਸ਼ੋਰ ਨੇ ਗੁਣਾ ਘਟਾਓ ਕਰਨੀ ਹੈ। ਉਹਨੇ ਹੁਣੇ ਤੋਂ ਕੰਮਕਾਜ ਆਪਣਾ ਸ਼ੁਰੂ ਕੀਤਾ ਹੋਇਆ ਤੇ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਉਹਨੇ ਨੱਠ ਕੇ ਪੰਜਾਬ ਦੇ ਵਿੱਚ ਕੰਮਕਾਜ ਕਰਨ ਲੱਗ ਜਾਣਾ। ਕਿਹੜੇ ਵਰਗ ਨੂੰ ਕਿਵੇਂ ਭਰਮਾਉਣਾ ਤੇ ਕਿਹਨੂੰ ਕਿਵੇਂ ਨਾਲ ਜੋੜਨਾ ਤੇ ਕਿਹਨੂੰ ਕਿਵੇਂ ਦੂਰ ਰੱਖਣਾ, ਉਹਨੇ ਨੀਤੀ ਘੜਨੀ ਹੈ। ਵੇਖੋ 2022 ਦੇ ਵਿੱਚ ਕੀ ਬਣਦਾ ਤੇ ਕੀ ਨਹੀਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।